ਜਿਵੇਂ ਕਿ ਤੁਸੀਂ ਪਿਛਲੀਆਂ ਕਲਾਸਾਂ ਦੇ ਵਿੱਚ ਦੇਖਿਆ ਸੀ, ਕੰਪਿਊਟਰ ਦੇ 3 ਪਾਰਟਸ ਹਨ: ਇਨਪੁਟ, ਪ੍ਰੋਸੈਸਿੰਗ ਅਤੇ ਆਊਟਪੁੱਟ। ਹੁਣ ਜੇ ਤੁਸੀਂ ਜਿਨ ਅਕੋਰਡਿੰਗਲੀ ਇਨਪੁਟ, ਪ੍ਰੋਸੈਸਿੰਗ, ਆਊਟਪੁੱਟ, ਤਾਂ ਇਨਪੁਟ ਨੂੰ ਇਨਪੁਟ ਯੂਨਿਟ ਕਿਹਾ ਜਾਂਦਾ ਹੈ, ਪ੍ਰੋਸੈਸਿੰਗ ਨੂੰ ਸੈਂਟਰਲ ਪ੍ਰੋਸੈਸਿੰਗ ਯੂਨਿਟ ਕਿਹਾ ਜਾਂਦਾ ਹੈ, ਆਊਟਪੁੱਟ ਨੂੰ ਆਊਟਪੁੱਟ ਯੂਨਿਟ ਕਿਹਾ ਜਾਂਦਾ ਹੈ। ਤਾਂ ਇਹ 3 ਪੁਆਇੰਟ ਦੇ ਬੇਸ ਤੇ ਬਲੌਕ ਡਾਇਗਰਾਮ ਆਫ ਕੰਪਿਊਟਰ ਕੀ ਹੈ ਤੁਸੀਂ ਦੇਖ ਰਹੇ ਹੋ। ਤੁਸੀਂ ਦੇਖ ਰਹੇ ਹੋ ਬਲੌਕ ਡਾਇਗਰਾਮ ਆਫ ਕੰਪਿਊਟਰ। ਦੇਖੋ, ਇਸ ਦੇ ਵਿੱਚ ਤੁਹਾਡੇ ਕੋਲ 3 ਯੂਨਿਟਸ ਹਨ: ਇਨਪੁਟ ਯੂਨਿਟ, ਪ੍ਰੋਸੈਸਿੰਗ, ਆਊਟਪੁੱਟ ਯੂਨਿਟ। ਹੁਣ ਇਹ ਬਲੌਕ ਡਾਇਗਰਾਮ ਨੂੰ ਜੇ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਤੁਹਾਡੇ ਕੋਲ ਫਲੋ ਆਫ ਪ੍ਰੋਸੈਸ ਕੀ ਹੈ। ਸਭ ਤੋਂ ਪਹਿਲਾਂ ਜਿਹੜਾ ਵੀ ਪ੍ਰੋਗਰਾਮ ਜਾਂ ਡੇਟਾ ਹੈ ਉਹ ਇਨਪੁਟ ਯੂਨਿਟਸ ਦੀ ਹੈਲਪ ਨਾਲ ਐਂਟਰ ਹੋਏਗਾ। ਫੋਰ ਐਗਜ਼ਾਮਪਲ, ਤੁਸੀਂ ਕੀਬੋਰਡ ਤੋਂ ਕੋਈ ਵੀ ਚੀਜ਼ ਐਂਟਰ ਕੀਤੀ ਤਾਂ ਉਹ ਕੀ ਬਣ ਜਾਏਗਾ? ਇਨਪੁਟ ਯੂਨਿਟ ਤੋਂ ਡੇਟਾ ਐਂਟਰ ਹੋਇਆ। ਜਿਹੜਾ ਇਨਪੁਟ ਯੂਨਿਟ ਤੋਂ ਡੇਟਾ ਕੀਬੋਰਡ ਦੀ ਹੈਲਪ ਨਾਲ ਐਂਟਰ ਹੋਇਆ ਉਹ ਜਾਂਦਾ ਹੈ ਕੰਟਰੋਲ ਯੂਨਿਟ ਕੋਲ। ਹੁਣ ਕੰਟਰੋਲ ਯੂਨਿਟ ਦਾ ਕੰਮ ਕੀ ਹੈ? ਇਹ ਜਿੰਨਾ ਵੀ ਡੇਟਾ ਇਨਪੁਟ ਯੂਨਿਟ ਤੋਂ ਲਿੱਤਾ ਹੈ ਇਸ ਨੂੰ ਅੱਗੇ ਮੈਮਰੀ ਯੂਨਿਟ ਨੂੰ ਭੇਜ ਦੇਣਾ ਤਾਂ ਕਿ ਉਹਨੂੰ ਆਪਾਂ ਟੈਂਪਰੇਰੀ ਸਟੋਰ ਕਰ ਸਕੀਏ। ਜਿਵੇਂ ਕਿ ਰੈਮ ਦੇ ਵਿੱਚ ਟੈਂਪਰੇਰੀ ਸਟੋਰ ਕਰਨ ਲਈ ਉਹਨੇ ਡੇਟਾ ਭੇਜ ਦੇਣਾ ਹੈ। ਜਿਹੜੀ ਇਹ ਟੈਂਪਰੇਰੀ ਸਟੋਰੇਜ ਹੈ, ਇਸ ਤੋਂ ਬਾਅਦ ਡੇਟਾ ਜਿਹੜਾ ਹੈ ਉਹ ਵਾਪਸ ਕੰਟਰੋਲ ਯੂਨਿਟ ਕੋਲ ਆਉਂਦਾ ਹੈ। ਕੰਟਰੋਲ ਯੂਨਿਟ ਅੱਗੇ ਉਹ ਡੇਟਾ ਪਾਸ ਕਰ ਦਿੰਦਾ ਹੈ ਅਰਿਥਮੈਟਿਕ ਲੌਜਿਕ ਯੂਨਿਟ ਨੂੰ, ਯਾਨੀ ALU ਨੂੰ। ਹੁਣ ALU ਦਾ ਕੰਮ ਕੀ ਹੈ? ALU ਦਾ ਕੰਮ ਹੈ ਇਸ ਡੇਟਾ ਨੂੰ ਪ੍ਰੋਸੈਸ ਕਰਨਾ। ਡੇਟਾ ਨੂੰ ਪ੍ਰੋਸੈਸ ਕਰਨ ਤੋਂ ਬਾਅਦ ਡੇਟਾ ਵਾਪਸ ਮੈਮਰੀ ਯੂਨਿਟ ਨੂੰ ਭੇਜ ਦੇਣਾ। ਤਾਂ ਜਿੱਥੋਂ ਡੇਟਾ ਆਇਆ ਸੀ ਉੱਥੇ ਹੀ ਵਾਪਸ ਆਪਾਂ ਉਸ ਨੂੰ ਭੇਜ ਦੇਣਾ ਹੈ। ਤਾਂ ਇਹ ਜਿਹੜਾ ਡੇਟਾ ਹੁਣ ਆਪਣੇ ਕੋਲ ਜਾਏਗਾ ਉਹ ਕਿੱਥੇ ਚਲਾ ਜਾਏਗਾ? ਸੈਕੰਡਰੀ ਸਟੋਰੇਜ ਕੋਲ। ਸੈਕੰਡਰੀ ਸਟੋਰੇਜ ਦਾ ਮਤਲਬ ਕੀ ਹੈ? ਪਹਿਲਾਂ ਉਹ ਰੈਮ ਕੋਲ ਸੀ, ਹੁਣ ਉਹ ਸੈਕੰਡਰੀ ਸਟੋਰੇਜ ਕੋਲ ਚਲਾ ਜਾਏਗਾ। ਤਾਂ ਸੈਕੰਡਰੀ ਸਟੋਰੇਜ ਦਾ ਮਤਲਬ ਕੀ ਹੈ? ਜਿਵੇਂ ਤੁਹਾਡੀ ਹਾਰਡ ਡਿਸਕ ਹੈ, ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਉਹ ਵਾਪਸ ਡਾਟਾ ਕਿਹਦੇ ਕੋਲ ਚਲਾ ਜਾਏਗਾ? CPU ਕੋਲ। ਤਾਂ ਕੰਟਰੋਲ ਚਲਾ ਗਿਆ। ਉਸ ਤੋਂ ਬਾਅਦ ਜਿਹੜਾ ਇਹ ਡੇਟਾ ਹੈ ਪ੍ਰੋਸੈਸ ਹੋ ਚੁੱਕਿਆ ਹੈ। ਉਸ ਤੋਂ ਬਾਅਦ ਜਿਹੜਾ ਇਹ ਪ੍ਰੋਸੈਸਡ ਡੇਟਾ ਹੈ ਇਹ ਸੈਂਡ ਕਰ ਦਿੱਤਾ ਜਾਂਦਾ ਹੈ ਆਊਟਪੁੱਟ ਯੂਨਿਟ ਨੂੰ। ਇਨਪੁਟ ਤੋਂ ਕੰਟਰੋਲ ਯੂਨਿਟ ਕੋਲ ਜਾਂਦਾ ਹੈ, ਕੰਟਰੋਲ ਯੂਨਿਟ ਤੋਂ ਪ੍ਰਾਇਮਰੀ ਮੈਮਰੀ ਕੋਲ ਜਾਂਦਾ ਹੈ। ਪ੍ਰਾਇਮਰੀ ਮੈਮਰੀ ਕੋਲ ਟੈਂਪਰੇਰੀ ਸਟੋਰ ਹੁੰਦਾ ਹੈ। ਟੈਂਪਰੇਰੀ ਸਟੋਰ ਹੋਣ ਤੋਂ ਬਾਅਦ ਵਾਪਸ ਡੇਟਾ ਕੰਟਰੋਲ ਯੂਨਿਟ ਕੋਲ ਜਾਂਦਾ ਹੈ। ਕੰਟਰੋਲ ਯੂਨਿਟ ਕੀ ਕਰਦਾ ਹੈ? ਇਸ ਨੂੰ ਪ੍ਰੋਸੈਸਿੰਗ ਲਈ ALU ਕੋਲ ਭੇਜ ਦਿੰਦਾ ਹੈ। ALU ਪ੍ਰੋਸੈਸਿੰਗ ਕਰਨ ਤੋਂ ਬਾਅਦ ਡੇਟਾ ਵਾਪਸ ਜਿਹੜਾ ਉਹ ਸੈਕੰਡਰੀ ਸਟੋਰੇਜ ਭੇਜ ਦਿੰਦਾ ਹੈ। ਇਸ ਤੋਂ ਬਾਅਦ ਜਿਹੜਾ ਡੇਟਾ ਹੈ ਪ੍ਰੋਸੈਸ ਹੋ ਕੇ ਪ੍ਰੋਸੈਸਡ ਡੇਟਾ ਉਹ ਆਊਟਪੁੱਟ ਯੂਨਿਟ ਕੋਲ ਚਲਾ ਜਾਂਦਾ ਹੈ, ਜਿੱਥੇ ਤੁਸੀਂ ਉਸ ਨੂੰ ਡਾਇਰੈਕਟਲੀ ਜਿਹੜਾ ਹੈ ਉਹ ਦੇਖ ਸਕਦੇ ਹੋ। ਜਿਵੇਂ ਕਿ ਮੋਨੀਟਰ ਹੈ, ਮੋਨੀਟਰ ਦੇ ਉੱਪਰ ਤੁਹਾਡੇ ਕੋਲ ਕੀ ਹੈ? ਉਹ ਪ੍ਰੋਸੈਸਡ ਡੇਟਾ ਤੁਹਾਡਾ ਕੋਲ ਸ਼ੋ ਹੁੰਦਾ ਹੈ। ਜਿਵੇਂ ਤੁਸੀਂ ਦੇਖ ਰਹੇ ਹੋ, ਜਿਹੜਾ ਇਨਪੁਟ ਯੂਨਿਟ ਤੋਂ ਪਹਿਲਾਂ ਹੈ ਉਹ ਡੇਟਾ ਹੈ। ਆਊਟਪੁੱਟ ਯੂਨਿਟ ਕੋਲ ਜਿਹੜੀ ਆਊਟਪੁੱਟ ਆ ਰਹੀ ਉਹ ਕੀ ਹੈ? ਇਨਫੋਰਮੇਸ਼ਨ ਹੈ। ਤਾਂ ਇਹ ਸਾਰਾ ਤੁਹਾਡੇ ਕੋਲ ਕੀ ਹੈ? ਬਲੌਕ ਡਾਇਗਰਾਮ ਆਫ ਕੰਪਿਊਟਰ। ਇੱਕ ਵਾਰ ਫੇਰ ਰਿਪੀਟ ਕਰ ਰਿਹਾ। ਸਭ ਤੋਂ ਪਹਿਲਾਂ ਜਿਹੜਾ ਡੇਟਾ ਹੈ ਉਹ ਐਂਟਰ ਹੋਏਗਾ ਇਨਪੁਟ ਯੂਨਿਟ ਤੋਂ। ਜਿਵੇਂ ਕਿ ਫੋਰ ਐਗਜ਼ਾਮਪਲ ਤੁਸੀਂ ਕੀਬੋਰਡ ਤੋਂ ਡੇਟਾ ਲੈ ਲੈਣਾ ਹੈ। ਔਰ ਜਿਹੜਾ ਵੀ ਇਹ ਡੇਟਾ ਹੈ ਸਾਰਾ ਕੰਟਰੋਲ ਕੌਣ ਕਰਤਾ ਹੈ? ਕੰਟਰੋਲ ਯੂਨਿਟ, CU, ਕੰਟਰੋਲ ਯੂਨਿਟ। ਉਸ ਤੋਂ ਬਾਅਦ ਜਿਹੜਾ ਇਹ ਕੰਟਰੋਲ ਯੂਨਿਟ ਹੈ ਇਹ ਡੇਟਾ ਸੈਂਡ ਕਰ ਦਿੰਦਾ ਹੈ ਮੈਮਰੀ ਯੂਨਿਟ ਨੂੰ ਤਾਂ ਕਿ ਉਹਨੂੰ ਟੈਂਪਰੇਰੀ ਸਟੋਰ ਕਰ ਸਕੀਏ। ਫੋਰ ਐਗਜ਼ਾਮਪਲ ਉਹ ਪ੍ਰਾਇਮਰੀ ਮੈਮਰੀ ਕੋਲ ਭੇਜ ਦਿੰਦਾ ਹੈ ਵੀ ਉਸ ਨੂੰ ਟੈਂਪਰੇਰੀ ਸਟੋਰ ਕਰ ਲੈਣਾ ਹੈ। ਜਿਹੜਾ ਟੈਂਪਰੇਰੀ ਸਟੋਰ ਡੇਟਾ ਹੈ ਇਹ ਵਾਪਸ ਸੈਂਡ ਹੁੰਦਾ ਹੈ ALU ਕੋਲ। ALU ਯੂਜ਼ਿੰਗ ਕੰਟਰੋਲ ਯੂਨਿਟ। ਤਾਂ ਕੰਟਰੋਲ ਯੂਨਿਟ ਤੋਂ ਪਾਸ ਹੋ ਕੇ ਡੇਟਾ ਕਿਹਦੇ ਕੋਲ ਚਲਾ ਜਾਂਦਾ ਹੈ? ਅਰਿਥਮੈਟਿਕ ਲੌਜਿਕ ਯੂਨਿਟ ਕੋਲ, ਜਿੱਥੇ ਜਾ ਕੇ ਇਹ ਸਾਰਾ ਡੇਟਾ ਕੀ ਹੁੰਦਾ? ਪ੍ਰੋਸੈਸ ਹੁੰਦਾ ਹੈ। ਇਸ ਦੇ ਉੱਪਰ ਆਪਰੇਸ਼ਨ ਪਰਫਾਰਮ ਹੁੰਦੇ ਹਨ। ਉਸ ਤੋਂ ਬਾਅਦ ਇਹ ਡੇਟਾ ਵਾਪਸ ਕਿਹਦੇ ਕੋਲ ਚਲਾ ਜਾਂਦਾ ਹੈ? ਮੈਮਰੀ ਯੂਨਿਟ ਕੋਲ ਚਲਾ ਜਾਂਦਾ ਹੈ। ਹੁਣ ਜਿਹੜਾ ਮੈਮਰੀ ਯੂਨਿਟ ਕੋਲ ਡੇਟਾ ਜਾਏਗਾ ਉਹ ਪਰਮਾਨੈਂਟਲੀ ਸਟੋਰੇਜ ਲਈ ਜਾਏਗਾ। ਤਾਂ ਪਰਮਾਨੈਂਟਲੀ ਸਟੋਰੇਜ ਦਾ ਮਤਲਬ ਕੀ ਹੈ? ਤੁਹਾਡੀ ਸੈਕੰਡਰੀ ਸਟੋਰੇਜ ਕੋਲ ਜਾਏਗਾ। ਉਸ ਤੋਂ ਬਾਅਦ ਜਿਹੜਾ ਇਹ ਪ੍ਰੋਸੈਸ ਡੇਟਾ ਹੈ ਇਸ ਨੂੰ ਸੈਂਡ ਕਰ ਦਿੱਤਾ ਜਾਂਦਾ ਹੈ ਆਊਟਪੁੱਟ ਯੂਨਿਟ ਨੂੰ।
ਹੁਣ ਆਊਟਪੁੱਟ ਯੂਨਿਟ ਦਾ ਕੰਮ ਕੀ ਹੈ? ਆਊਟਪੁੱਟ ਯੂਨਿਟ ਦਾ ਕੰਮ ਕੀ ਹੈ? ਜਿਹੜਾ ਪਰਮਾਨੈਂਟਲੀ ਸਟੋਰਡ ਡੇਟਾ ਮੈਮਰੀ ਦੇ ਵਿੱਚ ਹੈ ਉਸ ਨੂੰ ਲੈਣਾ ਔਰ ਆਊਟਪੁੱਟ ਯੂਨਿਟ ਦੇ ਉੱਪਰ ਪ੍ਰੋਡਿਊਸ ਕਰ ਦੇਣਾ। ਤਾਂ ਇਸ ਤਰੀਕੇ ਨਾਲ ਡੇਟਾ ਜਿਹੜਾ ਹੈ ਪ੍ਰੋਸੈਸ ਹੋ ਕੇ ਤੁਹਾਡੇ ਕੋਲ ਇਨਫੋਰਮੇਸ਼ਨ ਬਣਦਾ ਹੈ। ਠੀਕ ਹੈ ਜੀ। ਜੇ ਹੁਣ ਤੁਸੀਂ ਇਹਦੇ ਇੱਕ ਇੰਡੀਵਿਜੂਅਲ ਪਾਰਟ ਦੀ ਗੱਲ ਕਰੋਗੇ ਤਾਂ ਆਪਾਂ ਜੇ ਇਸ ਡਾਇਗਰਾਮ ਨੂੰ ਡਿਵਾਈਡ ਕਰੀਏ ਤਾਂ ਆਪਣੇ ਕੋਲ 3 ਜਾਂ 4 ਪਾਰਟਸ ਬਣ ਸਕਦੇ ਹਨ। ਬ੍ਰੌਡਲੀ 3 ਪਾਰਟ ਬਣਦੇ ਹਨ। ਜੇ ਇਸ ਡਾਇਗਰਾਮ ਨੂੰ ਡਿਵਾਈਡ ਕਰੀਏ ਤਾਂ ਆਪਣੇ ਕੋਲ 3 ਪਾਰਟਸ ਬਣਦੇ ਹਨ। ਇਨਪੁਟ ਯੂਨਿਟ, ਪ੍ਰੋਸੈਸਿੰਗ ਯੂਨਿਟ, ਮੈਮਰੀ ਯੂਨਿਟ ਔਰ ਆਊਟਪੁੱਟ ਯੂਨਿਟ। ਤਾਂ ਜੇਕਰ ਤੁਸੀਂ 3 ਪਾਰਟਸ ਬਣਾਉਣਾ ਚਾਹੁੰਦੇ ਹੋ ਤਾਂ 3 ਵੀ ਬਣਾ ਸਕਦੇ ਹੋ। ਜੇਕਰ 4 ਦੇ ਵਿੱਚ ਡਿਵਾਈਡ ਕਰਨਾ ਹੈ ਤਾਂ 4 ਵੀ ਕਰ ਸਕਦੇ ਹੋ। ਇਨਪੁਟ, ਪ੍ਰੋਸੈਸਿੰਗ, ਮੈਮਰੀ ਯੂਨਿਟ ਔਰ ਆਊਟਪੁੱਟ ਯੂਨਿਟ। ਤਾਂ ਇਸ ਤਰੀਕੇ ਨਾਲ 4 ਜਿਹੜੀਆਂ ਨੇ ਉਹ ਤੁਹਾਡੇ ਕੋਲ ਬਲੌਕ ਡਾਇਗਰਾਮ ਆਫ ਕੰਪਿਊਟਰ ਨੂੰ ਕੰਪਲੀਟ ਕਰਦੀਆਂ ਹਨ। ਇਨਪੁਟ ਯੂਨਿਟ ਕੀ ਹੈ? ਇਨਪੁਟ ਯੂਨਿਟ ਦੀ ਹੈਲਪ ਨਾਲ ਤੁਸੀਂ ਡੇਟਾ ਅਤੇ ਇੰਸਟਰਕਸ਼ਨਸ ਨੂੰ ਕੰਪਿਊਟਰ ਦੇ ਵਿੱਚ ਇਨਸਰਟ ਕਰਦੇ ਹੋ। ਜਿਹੜਾ ਇਨਪੁਟ ਡਿਵਾਈਸਿਸ ਨੇ ਉਹ ਡੇਟਾ ਅਤੇ ਇੰਸਟਰਕਸ਼ਨ ਨੂੰ ਬਾਈਨਰੀ ਫਾਰਮ ਦੇ ਵਿੱਚ ਕਨਵਰਟ ਕਰਕੇ ਕੰਪਿਊਟਰ ਨੂੰ ਪਾਸ ਕਰ ਦਿੰਦੇ ਹਨ, ਕਿਉਂਕਿ ਜਿਹੜਾ ਕੰਪਿਊਟਰ ਹੈ ਉਹ ਸਿਰਫ ਬਾਈਨਰੀ ਲੈਂਗੁਏਜ ਨੂੰ ਸਮਝਦਾ ਹੈ। ਦੈਟ ਇਜ਼ ਮਸ਼ੀਨ ਲੈਂਗੁਏਜ। ਮਸ਼ੀਨ ਲੈਂਗੁਏਜ ਦਾ ਮਤਲਬ ਕੀ ਹੈ? 0 1 ਦੀ ਫਾਰਮ ਦੇ ਵਿੱਚ। ਹੁਣ ਜਿਹੜੇ ਕਾਮਨਲੀ ਯੂਜ਼ਡ ਇਨਪੁਟ ਡਿਵਾਈਸਿਸ ਹਨ ਉਹ ਕੀ ਹਨ? ਜਿਵੇਂ ਤੁਸੀਂ ਜਾਣਦੇ ਹੀ ਹੋ ਕੀਬੋਰਡ। ਤਾਂ ਕੀਬੋਰਡ ਦੀ ਹੈਲਪ ਨਾਲ ਤੁਸੀਂ ਡੇਟਾ ਨੂੰ ਕੀ ਕਰ ਸਕਦੇ ਹੋ? ਇਨਪੁਟ ਕਰ ਸਕਦੇ ਹੋ। ਹੁਣ ਜੇ ਨੈਕਸਟ ਪਾਰਟ ਦੀ ਗੱਲ ਕਰੀਏ ਤਾਂ ਆਪਣੇ ਕੋਲ ਕੀ ਹੈ? CPU। CPU ਨੂੰ ਕੀ ਹੈ? CPU ਇੱਕ ਤਰੀਕੇ ਦਾ ਜਿਵੇਂ ਆਪਣੇ ਹਿਊਮਨਸ ਦੇ ਵਿੱਚ ਬ੍ਰੇਨ ਹੁੰਦਾ ਹੈ ਉਵੇਂ ਹੀ ਕੰਪਿਊਟਰ ਦੇ ਬ੍ਰੇਨ ਨੂੰ ਕੀ ਕਹਿੰਦੇ ਆ ਆਪਾਂ? CPU ਕਹਿੰਦੇ ਹਾਂ। ਇਹਦਾ ਬੇਸਿਕਲੀ ਕੰਮ ਕੀ ਹੈ? ਪ੍ਰੋਗਰਾਮਸ ਨੂੰ ਐਗਜ਼ੀਕਿਊਟ ਕਰਨਾ। ਐਗਜ਼ੀਕਿਊਟ ਪ੍ਰੋਗਰਾਮਸ ਫॉर ਦਾ ਕੰਪਿਊਟਰ। ਤਾਂ ਜਿੰਨੇ ਵੀ ਕੰਪਿਊਟਰ ਦੇ ਵਿੱਚ ਆਪਰੇਸ਼ਨਸ ਹੁੰਦੇ ਹਨ ਉਹ ਸਾਰੇ ਦੇ ਸਾਰੇ ਕੰਟਰੋਲ ਕੌਣ ਕਰਦਾ ਹੈ? CPU, ਸੈਂਟਰਲ ਪ੍ਰੋਸੈਸਿੰਗ ਯੂਨਿਟ। ਹੁਣ ਜਿਹੜੇ ਕੰਮ ਹਨ ਉਹ ਕਿਹੜੇ ਹਨ ਜਿਹੜੇ ਇਹ ਕੰਟਰੋਲ ਕਰਦਾ ਹੈ? ਜਿਵੇਂ ਕਿ ਫੋਰ ਐਗਜ਼ਾਮਪਲ ਮੈਮਰੀ ਹੈ, ਇਨਪੁਟ ਯੂਨਿਟ ਹਨ, ਇਨਪੁਟ ਡਿਵਾਈਸਿਸ ਹਨ, ਆਊਟਪੁੱਟ ਡਿਵਾਈਸਿਸ ਹਨ। ਤਾਂ ਇਹ ਸਾਰੇ ਦਾ ਸਾਰਾ ਡੇਟਾ ਨੂੰ ਕੰਟਰੋਲ ਕਰਨਾ, ਮੈਨੇਜ ਕਰਨਾ, ਤਾਂ ਇਹ ਸਾਰੇ ਦਾ ਸਾਰਾ ਕੰਮ ਕਿਸ ਦਾ ਹੈ? CPU ਦਾ ਹੈ। ਹੁਣ ਜੇਕਰ ਤੁਸੀਂ ਗੱਲ ਕਰੋਗੇ ਤਾਂ CPU ਨੂੰ ਬੇਸਿਕਲੀ ਆਪਾਂ ਨੇ 3 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੈ। ALU ਅਰਿਥਮੈਟਿਕ ਲੌਜਿਕ ਯੂਨਿਟ ਦੇ ਵਿੱਚ, CU ਕੰਟਰੋਲ ਯੂਨਿਟ ਹੈ, MU ਜਿਹੜਾ ਹੈ ਉਹ ਤੁਹਾਡਾ ਮੈਮਰੀ ਯੂਨਿਟ ਹੈ। ਹੁਣ ਜੇ ਆਪਾਂ ਗੱਲ ਕਰੀਏ AU ਦੀ, AU ਕੀ ਹੈ? ਅਰਿਥਮੈਟਿਕ ਲੌਜਿਕ ਯੂਨਿਟ। ਹੁਣ ਜੇ AU ਦੀ ਗੱਲ ਕਰੀਏ ਤਾਂ ਐਕਚੁਅਲ ਜਿਹੜੀਆਂ ਇੰਸਟਰਕਸ਼ਨਸ ਨੇ ਉਹ ਐਗਜ਼ੀਕਿਊਟ ਕਿੱਥੇ ਹੁੰਦੀਆਂ ਨੇ? ALU ਦੇ ਵਿੱਚ ਹੁੰਦੀਆਂ ਨੇ। ਜਿੰਨੇ ਵੀ ਅਰਿਥਮੈਟਿਕ ਆਪਰੇਸ਼ਨਸ ਨੇ, ਜਿਵੇਂ ਕਿ ਤੁਸੀਂ ਐਡੀਸ਼ਨ ਕਰਨੀ ਹੈ, ਸਬਟਰੈਕਸ਼ਨ ਕਰਨੀ ਹੈ, ਮਲਟੀਪਲੀਕੇਸ਼ਨ ਕਰਨੀ ਹੈ, ਡਿਵੀਜ਼ਨ ਕਰਨੀ ਹੈ, ਤਾਂ ਜਿੰਨੇ ਵੀ ਇਹ ਲੌਜੀਕਲ ਆਪਰੇਸ਼ਨਸ ਨੇ, ਜਿੰਨੀਆਂ ਵੀ ਕੈਲਕੂਲੇਸ਼ਨਸ ਨੇ ਉਹ ਸਾਰੀਆਂ ਦੀ ਸਾਰੀਆਂ ਕੌਣ ਪਰਫਾਰਮ ਕਰਦਾ ਹੈ? ALU ਅਰਿਥਮੈਟਿਕ ਲੌਜਿਕ ਯੂਨਿਟ। ਜਿਹੜਾ ਸੈਕੰਡ ਯੂਨਿਟ ਹੈ ਦੈਟ ਇਜ਼ ਕਾਲਡ ਕੰਟਰੋਲ ਯੂਨਿਟ। ਕੰਟਰੋਲ ਯੂਨਿਟ ਦਾ ਕੰਮ ਕੀ ਹੈ? ਜਿੰਨੀਆਂ ਵੀ ਕੰਪਿਊਟਰ ਦੀਆਂ ਐਕਟੀਵਿਟੀਜ਼ ਨੇ ਉਹ ਸਾਰੀਆਂ ਨੂੰ ਕੰਟਰੋਲ ਕਰਨਾ। ਹੁਣ ਕੰਟਰੋਲ ਕਰਨ ਦਾ ਮਤਲਬ ਕੀ ਹੈ? ਸਭ ਤੋਂ ਪਹਿਲਾਂ ਇਹ ਇੰਟਰਪ੍ਰੇਟ ਕਰਦਾ ਹੈ ਇੰਸਟਰਕਸ਼ਨਸ ਨੂੰ। ਇੰਸਟਰਕਸ਼ਨਸ ਨੂੰ ਇੰਟਰਪ੍ਰੇਟ ਕਰਨ ਤੋਂ ਬਾਅਦ ਚੈੱਕ ਕਰਦਾ ਹੈ ਵੀ ਅੱਗੇ ਇੰਸਟਰਕਸ਼ਨਸ ਕਿਸ ਨੂੰ ਪਾਸ ਕਰਨੀਆਂ ਹਨ, ਤਾਂ ਉਸ ਦੇ ਅਕੋਰਡਿੰਗਲੀ ਇੰਸਟਰਕਸ਼ਨਸ ਨੂੰ ਸਿਲੈਕਟ ਕਰਦਾ ਹੈ। ਸਿਲੈਕਟ ਕਰਨ ਤੋਂ ਬਾਅਦ ਇੰਟਰਪ੍ਰੇਟ ਕਰਨ ਤੋਂ ਬਾਅਦ ਉਹ ਇੰਸਟਰਕਸ਼ਨਸ ਨੂੰ ਐਪਰੋਪ੍ਰੀਏਟ ਸਿਗਨਲ ਦੇ ਥਰੂ ਅੱਗੇ ਅਦਰ ਯੂਨਿਟਸ ਨੂੰ ਪ੍ਰੋਵਾਈਡ ਕਰਦਾ ਹੈ, ਸੋ ਦੈਟ ਕੰਟਰੋਲ ਯੂਨਿਟ ਜਿਹੜਾ ਹੈ ਉਸ ਨੂੰ ਐਗਜ਼ੀਕਿਊਟ ਕਰ ਸਕੇ ਜਿਹੜੀ ਵੀ ਇੰਸਟਰਕਸ਼ਨ ਹੈ। ਠੀਕ ਹੈ ਜੀ। ਤਾਂ ਕੰਟਰੋਲ ਯੂਨਿਟ ਕੀ ਹੈ? ਜਿੰਨੀਆਂ ਵੀ ਐਕਟੀਵਿਟੀਜ਼ ਨੇ ਉਹਨਾਂ ਨੂੰ ਕੰਟਰੋਲ ਕਰਦਾ ਹੈ। ਹੁਣ ਜੇ ਤੁਸੀਂ ਇਹਨਾਂ ਦੇ ਫੰਕਸ਼ਨਸ ਦੀ ਗੱਲ ਕਰੋ ਤਾਂ ਜਿਵੇਂ ਤੁਸੀਂ ਦੇਖ ਰਹੇ ਹੋ, ਇਟ ਰਿਟਰੀਵ ਇੰਸਟਰਕਸ਼ਨਸ ਫਰੋਮ ਮੇਨ ਮੈਮਰੀ ਐਂਡ ਡਿਟਰਮਾਈਨ ਵਟ ਇਜ਼ ਟੂ ਬੀ ਟੇਕਨ। ਤਾਂ ਸਭ ਤੋਂ ਪਹਿਲਾ ਕੰਮ ਜਿਹੜਾ ਇਹਨਾਂ ਨੇ ਲਿਖਿਆ ਹੈ, ਮੇਨ ਮੈਮਰੀ ਦੇ ਵਿੱਚੋਂ ਇੰਸਟਰਕਸ਼ਨਸ ਲੈਣਾ ਔਰ ਚੈੱਕ ਕਰਨਾ ਵੀ ਇਸ ਦੇ ਵਿੱਚੋਂ ਕਿਹੜਾ ਕਿਹੜਾ ਪਾਰਟਸ ਆਪਾਂ ਨੇ ਅੱਗੇ ਫਾਰਵਰਡ ਕਰਨ ਲਈ ਰਹਿਣਾ। ਸੈਕੰਡ ਪੁਆਇੰਟ ਕੀ ਹੈ? ਇਟ ਕੈਨ ਰਿਟਰੀਵ ਦਾ ਡੇਟਾ ਰਿਕੁਆਇਰਡ ਟੂ ਬੀ ਪ੍ਰੋਸੈਸਡ ਫਰੋਮ ਦਾ ਮੇਨ ਮੈਮਰੀ। ਹੁਣ ਮੇਨ ਮੈਮਰੀ ਦੇ ਵਿੱਚੋਂ ਜਿਹੜਾ ਵੀ ਡੇਟਾ ਪ੍ਰੋਸੈਸਿੰਗ ਲਈ ਰਿਕੁਆਇਰਡ ਹੈ ਉਹ ਸਾਰਾ ਦਾ ਸਾਰਾ ਰਿਟਰੀਵ ਕਰਨਾ। ਰਿਟਰੀਵ ਕਰਨ ਦਾ ਮਤਲਬ ਕੀ ਆ? ਉਸ ਨੂੰ ਲੈਣਾ, ਫੈਚ ਕਰਨਾ। It calls the CPU to actually carry out required operations and determines whether the required operations have been carried out or not.
ਤਾਂ ਇਸ ਦਾ ਮਤਲਬ ਕੀ ਹੈ, CPU ਦੇ ਅਕੋਰਡਿੰਗਲੀ ਚੈੱਕ ਕਰਨਾ ਵੀ ਉਹਨਾਂ ਨੇ ਜਿਹੜੇ ਆਪਰੇਸ਼ਨਸ ਹਨ ਉਹ ਪਰਫਾਰਮ ਕਰ ਲਏ ਹਨ ਜਾਂ ਨਹੀਂ ਕਰ ਲਏ। ਇਟ ਪਲੇਸ ਦਾ ਪ੍ਰੋਸੈਸਡ ਡੇਟਾ ਇਨ ਦਾ ਆਊਟਪੁੱਟ ਏਰੀਆ ਆਫ ਦਾ ਮੈਮਰੀ। ਤਾਂ ਡੇਟਾ ਪ੍ਰੋਸੈਸ ਹੋਣ ਤੋਂ ਬਾਅਦ ਉਸ ਨੂੰ ਸੈਕੰਡਰੀ ਸਟੋਰੇਜ ਦੇ ਵਿੱਚ ਸੇਵ ਕਰਨ ਦਾ ਕੰਮ ਵੀ ਕਿਸ ਦਾ ਹੈ, CPU ਦਾ। ਲਾਸਟ ਪੁਆਇੰਟ ਕੀ ਕਰਿਆ, ਇਟ ਫੈਚਿਸ ਦਾ ਨੈਕਸਟ ਇੰਸਟਰਕਸ਼ਨ ਫਰੋਮ ਦਾ ਮੈਮਰੀ ਐਂਡ ਰਿਪੀਟ ਦਾ ਹੋਲ ਸਾਈਕਲ ਆਫ ਆਪਰੇਸ਼ਨ ਆਊਟਲਾਈਨਡ ਅਬਵ। ਤਾਂ ਜਿਵੇਂ ਤੁਹਾਨੂੰ ਪਤਾ ਹੀ ਹੈ, ਇਨਪੁਟ ਲੈਣਾ, ਇਨਪੁਟ ਨੂੰ ਕੰਟਰੋਲ ਯੂਨਿਟ ਕੋਲ ਚਲੀ ਜਾਂਦੀ ਹੈ, ਕੰਟਰੋਲ ਯੂਨਿਟ ਕੋਲ ਡੇਟਾ ਅੱਗੇ ਪ੍ਰਾਇਮਰੀ ਮੈਮਰੀ ਕੋਲ ਜਾਂਦਾ ਹੈ, ਪ੍ਰਾਇਮਰੀ ਮੈਮਰੀ ਅੱਗੇ ALU ਕੋਲ ਭੇਜ ਦਿੰਦੀ ਹੈ। ਤਾਂ ਇਹ ਸਾਰੇ ਦਾ ਸਾਰਾ ਜਿਹੜਾ ਸਾਈਕਲ ਹੈ ਉਸ ਨੂੰ ਰਿਪੀਟ ਕਰਦਾ ਰਹਿੰਦਾ ਹੈ ਹਰ ਇੱਕ ਇੰਸਟਰਕਸ਼ਨਸ ਲਈ CPU, ਸੈਂਟਰਲ ਪ੍ਰੋਸੈਸਿੰਗ ਯੂਨਿਟ। ਹੁਣ ਜਿਹੜਾ ਇਸ ਦਾ ਸੈਕਿੰਡ ਪਾਰਟ ਹੈ ਦੈਟ ਇਜ਼ ਕਾਲਡ ਮੈਮਰੀ ਯੂਨਿਟ। ਹੁਣ ਮੈਮਰੀ ਯੂਨਿਟ ਕੀ ਹੁੰਦੀ ਹੈ, ਹੁਣ ਮੈਮਰੀ ਯੂਨਿਟ ਦਾ ਕੰਮ ਕੀ ਹੈ, ਸਟੋਰੇਜ ਕਰਨਾ। ਸਟੋਰੇਜ ਦਾ ਮਤਲਬ ਕੀ ਹੈ, ਜਿਹੜਾ ਵੀ ਡੇਟਾ ਆਇਆ ਹੈ ਉਸ ਨੂੰ ਸਟੋਰ ਕਰਨਾ, ਇੰਸਟਰਕਸ਼ਨਸ ਰੀਡ ਕਰਨਾ। ਤਾਂ ਇਸ ਨੂੰ ਹੁਣ ਆਪਾਂ ਦੋ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕਰਦੇ ਹਾਂ। ਪਹਿਲੀ ਹੈ ਪ੍ਰਾਇਮਰੀ ਮੈਮਰੀ, ਦੂਸਰੀ ਹੈ ਸੈਕੰਡਰੀ ਮੈਮਰੀ। ਜੇਕਰ ਤੁਸੀਂ ਪ੍ਰਾਇਮਰੀ ਮੈਮਰੀ ਦੀ ਗੱਲ ਕਰ ਰਹੇ ਹੋ ਤਾਂ ਇਹ ਹੁੰਦੀ ਹੈ RAM ਜਾਂ ROM। ਹੁਣ ਇਹਦਾ ਮਤਲਬ ਕੀ ਹੈ, ਜਿਹੜੀ ਕੰਪਿਊਟਰ ਦੇ ਵਿੱਚ ਬਾਏ ਡਿਫਾਲਟ ਹੁੰਦੀ ਹੈ ਮੈਮਰੀ, ਉਸ ਨੂੰ ਕੀ ਕਹਿੰਦੇ ਹਾਂ, ਪ੍ਰਾਇਮਰੀ ਮੈਮਰੀ। ਜਿਵੇਂ ਤੁਸੀਂ ਦੇਖ ਰਹੇ ਹੋ, ਪ੍ਰਾਇਮਰੀ ਮੈਮਰੀ ਇਜ਼ ਅ ਮੈਮਰੀ ਵਿਚ ਇਜ਼ ਪ੍ਰੈਜ਼ੈਂਟ ਆਟੋਮੈਟਿਕਲੀ ਇਨਸਾਈਡ ਦਾ ਕੰਪਿਊਟਰ। ਤਾਂ ਹੁਣ ਜਿਹੜਾ CPU ਹੈ, CPU ਡਾਇਰੈਕਟਲੀ ਕਿਸ ਦੇ ਨਾਲ ਕਮਿਊਨੀਕੇਟ ਕਰਦਾ ਹੈ, ਪ੍ਰਾਇਮਰੀ ਮੈਮਰੀ ਨਾਲ। ਤਾਂ ਜਿਹੜਾ ਵੀ ਡੇਟਾ ਉਸਨੇ ਸੈਂਡ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਉਹ ਕਿਸ ਨੂੰ ਭੇਜਦਾ ਹੈ, ਪ੍ਰਾਇਮਰੀ ਮੈਮਰੀ ਕੋਲ ਭੇਜਦਾ ਹੈ। ਤਾਂ ਇਹ ਜਿਹੜੀ ਪ੍ਰਾਇਮਰੀ ਮੈਮਰੀ ਹੈ, ਇੱਕ ਤਰ੍ਹਾਂ ਦੇ ਇਹ ਸੈਮੀ ਕੰਡਕਟਰਸ ਹੁੰਦੇ ਨੇ, ਚਿਪਸ ਹੁੰਦੀਆਂ ਨੇ, ਉਸ ਦੀ ਫਾਰਮ ਦੇ ਵਿੱਚ ਹੁੰਦੀ ਹੈ। ਠੀਕ ਹੈ ਜੀ। ਔਰ ਜਿਹੜੀ ਦੂਸਰੀ ਟਾਈਪ ਹੈ ਸੈਕੰਡਰੀ ਮੈਮਰੀ। ਹੁਣ ਜਿਹੜੀ ਸੈਕੰਡਰੀ ਮੈਮਰੀ ਹੋ ਉਹ ਡਾਇਰੈਕਟਲੀ ਅਸੈਸਿਬਲ ਨਹੀਂ ਹੈਗੀ CPU ਨੂੰ। ਹੁਣ ਇਸ ਦਾ ਮੇਨ ਰੀਜ਼ਨ ਕੀ ਹੈ, ਜਿਹੜਾ ਡੇਟਾ ਜਾਂ ਇੰਸਟਰਕਸ਼ਨ ਹੈ ਉਹ ਮੇਨ ਮੈਮਰੀ ਤੋਂ ਯਾਨੀ ਕਿ ਪ੍ਰਾਇਮਰੀ ਮੈਮਰੀ ਤੋਂ CPU ਅੱਗੇ ਫਾਰਵਰਡ ਕਰ ਦਿੰਦਾ ਹੈ ਹਾਰਡ ਡਿਸਕ ਨੂੰ, ਫਲੋਪੀ ਡਿਸਕ ਨੂੰ, ਮੈਗਨੈਟਿਕ ਟੇਪ ਨੂੰ, ਤਾਂ ਕਿ ਉਹਨੂੰ ਅਸੈਸ ਕਰ ਸਕੀਏ। ਹੁਣ ਜਿਹੜੀ ਪ੍ਰਾਇਮਰੀ ਮੈਮਰੀ ਹੈ ਉਹ ਫਾਸਟਰ ਹੁੰਦੀ ਹੈ, ਸੈਕੰਡਰੀ ਮੈਮਰੀ ਜਿਹੜੀ ਹੈ ਉਹ ਥੋੜੀ ਜਿਹੀ ਸਲੋਅਰ ਹੁੰਦੀ ਹੈ। ਤਾਂ ਇਸ ਤਰੀਕੇ ਨਾਲ ਮੈਮਰੀ ਯੂਨਿਟਸ ਜਿਹੜੀ ਹੈ ਉਹ ਦੋ ਟਾਈਪਸ ਦੀਆਂ ਹੁੰਦੀਆਂ ਹਨ, ਪ੍ਰਾਇਮਰੀ ਮੈਮਰੀ, ਸੈਕੰਡਰੀ ਮੈਮਰੀ। ਪ੍ਰਾਇਮਰੀ ਮੈਮਰੀ ਨੂੰ ਮੇਨ ਮੈਮਰੀ ਕਹਿੰਦੇ ਹਨ, ਜਿਹੜੀ ਡਾਇਰੈਕਟਲੀ CPU ਕੋਲ ਅਸੈਸਿਬਲ ਹੁੰਦੀ ਹੈ। ਸੈਕੰਡਰੀ ਮੈਮਰੀ ਜਿਹੜੀ ਹੈ ਉਹ ਡਾਇਰੈਕਟਲੀ ਅਸੈਸਿਬਲ। ਹੁਣ ਜਿਹੜਾ ਲਾਸਟ ਹੈ ਉਹ ਹੈ ਆਊਟਪੁੱਟ ਯੂਨਿਟ। ਹੁਣ ਜੇ ਤੁਸੀਂ ਆਊਟਪੁੱਟ ਯੂਨਿਟ ਦੀ ਗੱਲ ਕਰੋ ਤਾਂ ਆਊਟਪੁੱਟ ਯੂਨਿਟ ਦਾ ਕੰਮ ਕੀ ਹੈ, ਮੈਮਰੀ ਦੇ ਵੱਲੋਂ ਜਿੰਨਾ ਵੀ ਡੇਟਾ ਹੈ ਉਸ ਨੂੰ ਰਿਸੀਵ ਕਰਨਾ, ਸੋ ਦੈਟ ਆਪਾਂ ਜਿਹੜਾ ਹੈ ਡੇਟਾ ਅੱਗੇ ਯੂਜ਼ਰ ਨੂੰ ਦਿਖਾ ਸਕੀਏ। ਤਾਂ ਸਭ ਤੋਂ ਪਹਿਲਾ ਕੰਮ ਕੀ ਹੈ, ਜਿੰਨਾ ਵੀ ਡੇਟਾ ਹੈ ਉਸ ਨੂੰ ਰਿਸੀਵ ਕਰਨਾ, ਉਸ ਨੂੰ ਕਨਵਰਟ ਕਰਨਾ ਯੂਜ਼ਰ ਦੀ ਅੰਡਰਸਟੈਂਡੇਬਲ ਲੈਂਗੁਏਜ ਦੇ ਵਿੱਚ, ਲਾਈਕ ਹਿਊਮਨ ਰੀਡੇਬਲ ਲੈਂਗੁਏਜ ਦੇ ਵਿੱਚ। ਤਾਂ ਆਊਟਪੁੱਟ ਯੂਨਿਟ ਕੀ ਕਰਦੀ ਹੈ, ਰਿਸੀਵ ਦਾ ਸਟੋਰਡ ਰਿਜ਼ਲਟ ਫਰੋਮ ਦਾ ਮੈਮਰੀ। ਤਾਂ ਮੈਮਰੀ ਦੇ ਵਿੱਚ ਸਭ ਤੋਂ ਪਹਿਲਾਂ ਰਿਜ਼ਲਟ ਨੂੰ ਜਿਹੜਾ ਰਿਸੀਵ ਕਰਦੀ ਹੈ, ਕਨਵਰਟ ਇਟ ਇਨਟੂ ਦਾ ਫਾਰਮ ਆਫ ਯੂਜ਼ਰ, convert it into a form the user can understand। ਤਾਂ ਇਸ ਦਾ ਮਤਲਬ ਕੀ ਹੈ, ਯੂਜ਼ਰ ਦੇ ਅੰਡਰਸਟੈਂਡੇਬਲ ਲੈਂਗੁਏਜ ਦੇ ਵਿੱਚ ਉਸ ਨੂੰ ਕਨਵਰਟ ਕਰ ਦੇਣਾ, ਔਰ ਉਸ ਤੋਂ ਬਾਅਦ ਆਊਟਪੁੱਟ ਡਿਵਾਈਸਿਸ ਦੀ ਹੈਲਪ ਨਾਲ ਉਸ ਨੂੰ ਇੱਕ ਪਾਰਟੀਕੂਲਰ ਫਾਰਮੈਟ ਦੇ ਵਿੱਚ ਪ੍ਰੋਡਿਊਸ ਕਰ ਦੇਣਾ। ਹੁਣ ਇਸ ਦੀ ਐਗਜ਼ਾਮਪਲ ਕੀ ਹਨ, ਜਿਵੇਂ ਪ੍ਰਿੰਟਰ ਹੈ, ਮੋਨੀਟਰ ਹੈ, ਪਲੋਟਰ ਹੈ, ਇਹ ਸਾਰੀਆਂ ਕੀ ਹਨ, ਆਊਟਪੁੱਟ ਯੂਨਿਟਸ ਹਨ। ਇਨਪੁੱਟ ਯੂਨਿਟ ਮੀਨਸ, ਇਨਪੁੱਟ ਯੂਨਿਟ ਦਾ ਮਤਲਬ ਕੀ ਹੈ, ਜਿੱਥੋਂ ਡੇਟਾ ਅਤੇ ਇੰਸਟਰਕਸ਼ਨਸ ਜਿਹੜੀਆਂ ਕੰਪਿਊਟਰ ਦੇ ਵਿੱਚ ਐਂਟਰ ਹੁੰਦੀਆਂ ਹਨ। ਤਾਂ ਇਹ ਡੇਟਾ ਯੂਜ਼ਰ ਤੋਂ ਲੈਂਦਾ ਹੈ, ਯੂਜ਼ਰ ਤੋਂ ਲੈ ਕੇ ਅੱਗੇ ਪਾਸ ਕਰ ਦਿੰਦਾ ਹੈ ਕੰਟਰੋਲ ਯੂਨਿਟ ਨੂੰ। ਤਾਂ ਕੰਟਰੋਲ ਯੂਨਿਟ ਕੀ ਹੈ, ਸੈਂਟਰਲ ਪ੍ਰੋਸੈਸਿੰਗ ਯੂਨਿਟ। ਸੈਂਟਰਲ ਪ੍ਰੋਸੈਸਿੰਗ ਯੂਨਿਟ ਦੇ ਵਿੱਚ ਤੁਹਾਡੇ ਕੋਲ ਕੀ ਹਨ, ALU ਅਤੇ CU। CU ਦਾ ਕੰਮ ਕੀ ਹੈ, ਸਾਰੀਆਂ ਐਕਟੀਵਿਟੀਜ਼ ਨੂੰ ਕੰਟਰੋਲ ਕਰਨਾ, ਔਰ ALU ਦਾ ਕੰਮ ਕੀ ਹੈ, ਅਰਿਥਮੈਟਿਕ ਅਤੇ ਲੌਜੀਕਲ ਆਪਰੇਸ਼ਨਸ, ਜਿੰਨੇ ਵੀ ਅਰਿਥਮੈਟਿਕ ਆਪਰੇਸ਼ਨਸ ਹਨ, ਲੌਜੀਕਲ ਆਪਰੇਸ਼ਨਸ ਹਨ, ਉਹ ਸਾਰੇ ਦੇ ਸਾਰਿਆਂ ਨੂੰ ਪਰਫਾਰਮ ਕਰਨ ਦੀ ਜ਼ਿੰਮੇਵਾਰੀ ਕਿਸ ਦੀ ਹੁੰਦੀ ਹੈ, ALU ਦੀ ਹੁੰਦੀ ਹੈ। ਜਿਹੜੀ ਸਟੋਰੇਜ ਹਨ, ਸਟੋਰੇਜ ਦੋ ਤਰੀਕੇ ਦੀਆਂ ਹਨ, ਪ੍ਰਾਇਮਰੀ ਅਤੇ ਸੈਕੰਡਰੀ। ਜਦੋਂ ਡੇਟਾ ਕੰਪਿਊਟਰ ਦੇ ਵਿੱਚ ਇਨਸਰਟ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ CPU ਕਿਸ ਨੂੰ ਪਾਸ ਕਰਦਾ ਹੈ, ਪ੍ਰਾਇਮਰੀ ਮੈਮਰੀ ਨੂੰ। ਪ੍ਰਾਇਮਰੀ ਮੈਮਰੀ ਨੂੰ ਕੋਲ ਜਾਣ ਤੋਂ ਬਾਅਦ ਡੇਟਾ ਜਿਹੜਾ ਹੈ ਪ੍ਰੋਸੈਸਿੰਗ ਲਈ ਜਾਂਦਾ ਹੈ, ਪ੍ਰੋਸੈਸ ਹੋ ਕੇ ਡੇਟਾ ਸੈਕੰਡਰੀ ਸਟੋਰੇਜ ਦੇ ਵਿੱਚ ਜਾ ਕੇ ਸੇਵ ਹੋ ਜਾਂਦਾ ਹੈ। ਠੀਕ ਹੈ ਜੀ। ਆਊਟਪੁੱਟ ਯੂਨਿਟ ਦਾ ਕੰਮ ਕੀ ਹੈ, ਜਿਹੜਾ ਪ੍ਰੋਸੈਸਡ ਡੇਟਾ ਸੈਕੰਡਰੀ ਸਟੋਰੇਜ ਦੇ ਵਿੱਚ ਪਿਆ ਹੈ
ਉਸ ਨੂੰ ਮੋਨੀਟਰ ਦੇ ਉੱਪਰ ਸ਼ੋ ਕਰ ਦੇਣਾ। ਤਾਂ ਇਸ ਤਰੀਕੇ ਨਾਲ ਤੁਹਾਡਾ ਬਲੌਕ ਡਾਇਗਰਾਮ ਆਫ ਕੰਪਿਊਟਰ ਜਿਹੜਾ ਹੈ ਕੰਪਲੀਟ ਹੁੰਦਾ।